ਹੈਲੋ ਸਟੂਡੈਂਟਸ, ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦਾ ਬੇਟੇ ਵਧੀਆ ਹੋਵੋਗੇ। ਮੈਂ ਅਨੁਰਾਗ ਧੂੜੀਆ ਵੈਲਕਮ ਕਰਦਾ ਆਪ ਸਭ ਜੀ ਦਾ ਸਕੂਲ ਦੇ ਇਸ YouTube ਚੈਨਲ 'ਤੇ। ਨਾਮ ਤੁਸੀਂ ਜਾਣਦੇ ਹੀ ਹੋ ਬੇਟੇ ਸਾਰੇ, ਦੇਵ ਸਮਾਜ ਸਮਾਰਟ ਸਕੂਲ ਮੋਗਾ। ਅੱਜ ਮੈਂ 10ਵੀਂ ਕਲਾਸ ਦਾ ਜਿਹੜਾ ਆਪਣਾ ਸਿਵਿਕਸ ਪੋਰਸ਼ਨ ਦਾ ਪਹਿਲਾ ਲੈਸਨ ਸੀ, ਫੀਚਰਸ ਆਫ ਇੰਡੀਅਨ ਕੌਂਸਟੀਟਿਊਸ਼ਨ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਕੀਤੀਆਂ ਸੀ। ਅੱਜ ਵਾਲੀ ਵੀਡੀਓ 'ਚ ਆਪਾਂ ਮੌਲਿਕ ਅਧਿਕਾਰ ਜਿਹੜੇ ਸੰਵਿਧਾਨ ਦੇ ਵਿੱਚ ਦਰਜ ਨੇ ਆਪਣੇ ਸਾਰੇ ਨਾਗਰਿਕਾਂ ਲਈ, ਜੋ ਆਪਾਂ ਭਾਰਤ ਦੇ ਨਾਗਰਿਕ ਹਾਂ, ਉਹਨਾਂ ਬਾਰੇ ਪੜ੍ਹਦੇ ਹਾਂ। ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰ ਯਾਨੀ ਫੰਡਾਮੈਂਟਲ ਰਾਈਟਸ ਆਫ ਇੰਡੀਅਨ ਸਿਟੀਜ਼ਨਸ, ਜੋ ਵੀ ਭਾਰਤ ਦੇ ਨਾਗਰਿਕ ਨੇ ਉਹਨਾਂ ਨੂੰ ਇਹ ਅਧਿਕਾਰ ਜਿਹੜੇ ਨੇ ਉਹ ਪ੍ਰਾਪਤ ਨੇ। ਔਰ ਕਿਉਂਕਿ ਇਹਨਾਂ ਨੂੰ ਲਿਖਿਆ ਗਿਆ ਹੈ ਭਾਰਤੀ ਸੰਵਿਧਾਨ ਦੇ ਵਿੱਚ, ਇਹ ਉਹਦੇ ਵਿੱਚ ਦਰਜ ਨੇ, ਇਸ ਕਰਕੇ ਅਸੀਂ ਇਹਨਾਂ ਨੂੰ ਮੌਲਿਕ ਅਧਿਕਾਰ ਕਹਿੰਦੇ ਹਾਂ, ਕਿਉਂਕਿ ਇਹ ਕਿਸੇ ਵੀ ਕਾਨੂੰਨ ਨਾਲੋਂ ਵੱਡੇ ਨੇ। ਔਰ ਸਾਡੇ ਸਾਰਿਆਂ 'ਤੇ ਜਿਹੜਾ ਵੀ ਭਾਰਤ ਦੀ ਜ਼ਮੀਨ 'ਤੇ ਪੈਦਾ ਹੁੰਦਾ ਹੈ ਉਹ ਭਾਰਤ ਦਾ ਨਾਗਰਿਕ ਹੁੰਦਾ ਹੈ। ਔਰ ਨਾਗਰਿਕ ਨੂੰ ਜਨਮ ਤੋਂ ਹੀ ਬਿਨਾਂ ਕੁਛ ਕੀਤੇ, ਇਹਦੇ ਲਈ ਕੋਈ ਉਸ ਦੀ ਐਲੀਜੀਬਿਲਟੀ ਨਹੀਂ ਚਾਹੀਦੀ, ਸਿਰਫ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਉਸ ਨੂੰ ਇਹ ਪ੍ਰਾਪਤ ਹੋ ਜਾਂਦੇ ਨੇ। ਔਰ ਇਹ ਸੰਵਿਧਾਨ ਦੇ ਵਿੱਚ ਜਿਹੜੇ ਆਪਾਂ ਨੂੰ ਅਧਿਕਾਰ ਮਿਲੇ ਨੇ, ਇਹ ਆਪਣੇ ਮੂਲ ਅਧਿਕਾਰ ਨੇ, ਯਾਨੀ ਇਹਦੇ ਲਈ ਆਪਾਂ ਕੋਰਟ ਦਾ ਦਰਵਾਜ਼ਾ ਖਟਖਟਾ ਸਕਦੇ ਹਾਂ। ਔਰ ਸਰਕਾਰਾਂ ਵੀ ਸਧਾਰਨਤਾ ਇਹਨਾਂ ਅਧਿਕਾਰਾਂ ਨੂੰ ਆਪਣੇ ਤੋਂ ਯਾਨੀ ਨਾਗਰਿਕਾਂ ਤੋਂ ਖੋਹ ਨਹੀਂ ਸਕਦੀਆਂ। ਇਹ ਨੇ ਫੰਡਾਮੈਂਟਲ ਰਾਈਟਸ। ਹੁਣ ਕਿਹੜੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹ ਆਪਣੇ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ ਨੇ, ਪਹਿਲਾਂ ਮੈਂ ਤੁਹਾਨੂੰ ਉਹਨਾਂ ਅਧਿਕਾਰਾਂ ਦਾ ਮੂਲ ਰੂਪ 'ਚ ਬੋਲ ਕੇ ਦੱਸ ਦਿੰਦਾ। ਸਭ ਤੋਂ ਪਹਿਲਾ ਜਿਹੜਾ ਸੰਵਿਧਾਨ ਦਾ ਆਪਣਾ ਮੌਲਿਕ ਅਧਿਕਾਰ ਹੈ ਸੰਵਿਧਾਨ ਵਿੱਚ ਦਰਜ ਹੈ, ਉਹ ਹੈ ਸਮਾਨਤਾ ਦਾ ਅਧਿਕਾਰ, ਯਾਨੀ ਰਾਈਟ ਟੂ ਇਕੁਐਲਿਟੀ। ਦੂਸਰਾ ਜਿਹੜਾ ਅਧਿਕਾਰ ਹੈ ਉਹ ਹੈ ਸੁਤੰਤਰਤਾ ਦਾ ਅਧਿਕਾਰ, ਯਾਨੀ ਰਾਈਟ ਟੂ ਫਰੀडम। ਤੀਸਰਾ ਜਿਹੜਾ ਅਧਿਕਾਰ ਹੈ ਉਹ ਹੈ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਯਾਨੀ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਚੌਥਾ ਅਧਿਕਾਰ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਯਾਨੀ ਰਾਈਟ ਟੂ ਰਿਲੀਜੀਅਸ ਫਰੀडम। ਪੰਜਵਾਂ ਅਧਿਕਾਰ ਹੈ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਯਾਨੀ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਔਰ ਛੇਵਾਂ ਜਿਹੜਾ ਅਧਿਕਾਰ ਹੈ ਉਹ ਹੈ ਸੰਵਿਧਾਨਿਕ ਉਪਾਵਾਂ ਦਾ ਅਧਿਕਾਰ, ਯਾਨੀ ਕਿ ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼। ਇਹ ਜਿਹੜੇ 6 ਅਧਿਕਾਰ ਨੇ ਇਹ ਸੰਵਿਧਾਨ ਦੇ ਵਿੱਚ ਦਰਜ ਨੇ। ਔਰ ਸੰਵਿਧਾਨ ਦੀ ਜਿਹੜੀ ਧਾਰਾ 14 ਤੋਂ ਸ਼ੁਰੂ ਹੁੰਦੇ ਨੇ ਇਹ, ਔਰ 32 ਤੱਕ ਇਹ ਚੱਲਦੇ ਨੇ। ਸਾਰੇ ਅਧਿਕਾਰਾਂ ਦਾ ਅਲੱਗ-ਅਲੱਗ ਜਿਹੜਾ ਆਪਾਂ ਹੁਣ ਵਰਣਨ ਜਿਹੜਾ ਹੈ ਉਹ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਅਧਿਕਾਰ ਹੈ ਉਹ ਹੈ ਸਮਾਨਤਾ ਦਾ ਅਧਿਕਾਰ। ਸਮਾਨਤਾ ਦਾ ਮਤਲਬ ਹੈ ਕਿ ਅਸੀਂ ਸਾਰੇ ਭਾਰਤ ਦੇ ਜੋ ਨਾਗਰਿਕ ਹਾਂ ਉਹ ਸਮਾਨ ਹਾਂ, ਐਸਾ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ। ਹੁਣ ਸਮਾਨਤਾ ਦੇ ਵਿੱਚ ਕਾਨੂੰਨ ਸਾਹਮਣੇ ਜਿਹੜੀ ਸਮਾਨਤਾ ਹੈ, ਯਾਨੀ ਇਕੁਐਲਿਟੀ ਬਿਫੋਰ ਲਾ, ਯਾਨੀ ਕਾਨੂੰਨ ਦੇ ਸਾਹਮਣੇ ਸਾਡੀ ਸਮਾਨਤਾ ਹੈ। ਕਾਨੂੰਨ ਕਿਸੇ ਵਿੱਚ ਕੋਈ ਤਰ੍ਹਾਂ ਦਾ ਵਿਤਕਰਾ ਜਿਹੜਾ ਹੈ ਉਹ ਨਹੀਂ ਕਰਦਾ। ਇਹ ਸੰਵਿਧਾਨ ਦੀ ਧਾਰਾ 14 ਦੇ ਵਿੱਚ ਇਹ ਦਰਜ ਹੈ ਕਿ ਸਾਰੇ ਕਾਨੂੰਨ ਸਾਹਮਣੇ ਸਮਾਨ ਹੋਣਗੇ। ਦੂਸਰੀ ਜਿਹੜੀ ਇਹਦੇ ਗੱਲ 'ਚ ਕਹੀ ਗਈ ਹੈ ਵਿਤਕਰੇ ਦੀ ਮਨਾਹੀ ਹੈ, ਯਾਨੀ ਕਿ ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨਸ। ਤਾਂ ਕਿਸੇ ਤਰ੍ਹਾਂ ਦਾ ਭੇਦਭਾਵ ਜਿਹੜਾ ਹੈ ਸਾਡਾ ਕਾਨੂੰਨ ਕਹਿੰਦਾ ਹੈ, ਕਿਧਰੇ ਵੀ ਅਸੀਂ ਜਾਣਾ ਹੋਵੇ, ਘੁੰਮਣਾ ਫਿਰਨਾ ਹੋਵੇ, ਜਾਂ ਕਿਸੇ ਪੁਰਾਣੇ ਜ਼ਮਾਨੇ ਜਿਵੇਂ ਹੁੰਦਾ ਸੀ ਖੂਹ ਹੁੰਦੇ ਸੀ, ਤਲਾਬ ਹੈ, ਲਓ ਜੀ ਆਹ ਫਲਾਣੀ ਜਾਤੀ ਵਾਲਿਆਂ ਦਾ ਖੂਹ ਹੈ, ਇੱਥੋਂ ਉਹ ਵਾਲੇ ਪਾਣੀ ਭਰ ਸਕਦੇ ਨੇ, ਇਸ ਮੰਦਰ 'ਚੋਂ ਜਾ ਸਕਦੇ ਨੇ, ਆਹ ਜਾਤੀ ਵਾਲੇ ਨਹੀਂ ਜਾ ਸਕਦੇ, ਜਾਂ ਉਹ ਸਾਰੀ ਇਸ ਤਰ੍ਹਾਂ ਦੀ ਭੇਦਭਾਵ ਦੀ ਮਨਾਹੀ ਹੈ। ਕਿਸੇ ਸਾਰਵਜਨਿਕ ਜਗ੍ਹਾ 'ਤੇ ਜਾਣਾ ਹੈ ਜਾਂ ਨਹੀਂ ਜਾਣਾ ਹੈ, ਕੌਣ ਜਾ ਸਕਦਾ ਹੈ ਕੌਣ ਨਹੀਂ, ਸੰਵਿਧਾਨ ਦੇ ਵਿੱਚ ਦਰਜ ਹੈ ਕਿ ਇਸ ਤਰ੍ਹਾਂ ਦੀ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ। ਤੀਸਰਾ ਹੈ ਅਵਸਰ ਦੀ ਸਮਾਨਤਾ, ਯਾਨੀ ਕਿ ਰੋਜ਼ਗਾਰ ਦੇ ਜਿਹੜੇ ਅਵਸਰ ਨੇ ਸਰਕਾਰ ਜਿਹੜੇ ਪੈਦਾ ਕਰਦੀ ਹੈ ਨਾਗਰਿਕਾਂ ਲਈ, ਉਹ ਸਾਰਿਆਂ ਨੂੰ ਸਮਾਨ ਰੂਪ ਵਿੱਚ ਦਿੱਤੇ ਜਾਣਗੇ। ਕੋਈ ਜਾਤ, ਨਸਲ, ਲਿੰਗ, ਵੰਸ਼ ਦਾ ਇਹਦੇ 'ਚ ਕੋਈ ਇਹ ਭੇਦਭਾਵ ਜਿਹੜਾ ਨਹੀਂ ਹੋਏਗਾ, ਯਾਨੀ ਇਕੁਅਲ ਓਪਰਚੁਨਿਟੀਜ਼ ਇਨ ਪਬਲਿਕ ਅਪਾਇੰਟਮੈਂਟਸ ਸਾਰਿਆਂ ਨੂੰ ਇਹ ਮਿਲਣਗੀਆਂ। ਇਸ ਤੋਂ ਜਿਹੜੀ ਅੱਗੇ ਹੈ ਉਹ ਹੈ ਜੀ ਛੂਤ ਛਾਤ ਦੀ ਮਨਾਹੀ ਹੋਏਗੀ। ਪੁਰਾਣੇ ਜ਼ਮਾਨੇ 'ਚ ਤੁਸੀਂ ਜਾਣਦੇ ਹੋ ਸਾਰੇ ਕਿ ਛੂਤ ਛਾਤ ਦਾ, ਜਾਤ ਪਾਤ ਦਾ ਬੜਾ ਇੱਕ ਸਿਸਟਮ ਸਾਡੇ ਦੇਸ਼ ਵਿੱਚ ਚੱਲਦਾ ਸੀ। ਉਸ ਤਰ੍ਹਾਂ ਦੀ ਮਨਾਹੀ ਸਾਡੇ ਹੁਣ ਸੰਵਿਧਾਨ ਦੇ ਵਿੱਚ ਸੰਵਿਧਾਨ ਲਿਖਣ ਵਾਲਿਆਂ ਨੇ ਕੀਤੀ ਹੈ।
ਛੂਤਛਾਤ ਦੀ ਮਨਾਹੀ ਜਿਹੜੀ ਹੈ ਉਹ ਸੰਵਿਧਾਨ ਦੇ ਵਿੱਚ ਕੀਤੀ ਹੋਈ ਹੈ, ਯਾਨੀ ਅਨਟੱਚੇਬਿਲਿਟੀ ਜਿਸ ਨੂੰ ਕਿਹਾ ਜਾਂਦਾ ਸੀ, ਉਸ ਚੀਜ਼ ਦੀ ਮਨਾਹੀ ਕੀਤੀ ਗਈ ਹੈ। ਉਸ ਤੋਂ ਅਗਲਾ ਹੈ ਉਪਾਧੀਆਂ ਜਾਂ ਖਿਤਾਬਾਂ ਦੀ ਸਮਾਪਤੀ ਹੈ। ਜਿਵੇਂ ਤੁਸੀਂ ਜਾਣਦੇ ਹੋ ਪੁਰਾਣੇ ਜ਼ਮਾਨੇ 'ਚ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਕਰਦਾ ਸੀ ਤਾਂ ਉਹ ਕਿਸੇ ਨੂੰ ਰਾਏ ਸਾਹਿਬ, ਕਿਸੇ ਨੂੰ ਚੌਧਰੀ, ਕਿਸੇ ਨੂੰ ਇਸ ਤਰ੍ਹਾਂ ਦੇ ਜਿਹੜੇ ਹੈ ਉਪਾਧੀਆਂ ਜਿਹੜੀਆਂ ਸੀ ਉਹ ਦਿਆ ਕਰਦੇ ਸੀ। ਜਦੋਂ ਦੇਸ਼ ਆਜ਼ਾਦ ਹੋਇਆ ਔਰ ਸਾਡੇ ਦੇਸ਼ ਵਿੱਚ ਸੰਵਿਧਾਨ ਦੀ ਸਥਾਪਨਾ ਹੋਈ, ਸੰਵਿਧਾਨ ਦਾ ਰਾਜ ਚੱਲਿਆ, ਤਾਂ ਉਸ ਤਰ੍ਹਾਂ ਦੀ ਉਪਾਧੀਆਂ ਜਿਹੜੀਆਂ ਨੇ ਉਹ ਰਾਜ ਵੱਲੋਂ ਖਤਮ ਕਰ ਦਿੱਤੀਆਂ ਗਈਆਂ। ਟਾਈਟਲਸ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਉਹ ਟਾਈਟਲਸ ਜਿਹੜੇ ਸੀ ਖਤਮ ਕਰ ਦਿੱਤੇ ਗਏ। ਲੇਕਿਨ ਇੱਥੇ ਮੈਂ ਜ਼ਰੂਰ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਭਾਰਤ ਸਰਕਾਰ ਨੇ ਹੋਰ ਤਰ੍ਹਾਂ ਦਾ ਇੱਕ ਸਿਸਟਮ ਚਲਾਇਆ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਸਾਡੇ ਦੇਸ਼ ਵਿੱਚ ਇੱਕ ਸਨਮਾਨ ਅਗਰ ਕਿਸੇ ਨੂੰ ਦੇਣਾ ਹੋਵੇ, ਭਾਰਤ ਰਤਨ ਹੈ, ਪਦਮ ਸ਼੍ਰੀ ਹੈ, ਪਦਮ ਵਿਭੂਸ਼ਣ ਹੈ, ਤਾਂ ਇਸ ਤਰ੍ਹਾਂ ਦੇ ਪੁਰਸਕਾਰ ਜਿਹੜੇ ਸੀ ਉਹ ਨਾਗਰਿਕ ਖੇਤਰ ਦੇ ਵਿੱਚ, ਔਰ ਜਿਹੜੀ ਫੌਜ ਹੈ ਉਹਨਾਂ ਲਈ ਪਰਮਵੀਰ ਚੱਕਰ, ਵੀਰ ਚੱਕਰ, ਸ਼ੌਰਿਆ ਚੱਕਰ, ਅਸ਼ੋਕ ਚੱਕਰ, ਇਸ ਤਰ੍ਹਾਂ ਦਾ ਸਿਸਟਮ ਚੱਲਿਆ। ਲੇਕਿਨ ਉਹਨਾਂ ਨੂੰ ਆਪਾਂ ਉਪਾਧੀਆਂ ਨਹੀਂ ਕਹਿੰਦੇ। ਉਪਾਧੀਆਂ ਜਿਹੜੀਆਂ ਅੰਗਰੇਜ਼ਾਂ ਦੇ ਟਾਈਮ 'ਤੇ ਚੱਲਦੀਆਂ ਸੀ, ਜਿਹਦੇ ਨਾਲ ਵਿਤਕਰਾ ਹੁੰਦਾ ਸੀ ਸਮਾਜ ਵਿੱਚ, ਉਹ ਜਿਹੜੇ ਸੀ ਖਤਮ ਕਰ ਦਿੱਤੇ ਗਏ ਇਸ ਸਾਡੇ ਸੰਵਿਧਾਨ ਦੇ ਵਿੱਚ। ਅਗਲਾ ਜਿਹੜਾ ਹੈ ਉਹ ਹੈ ਸਾਡਾ ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਫਰੀਡਮ, ਯਾਨੀ ਕਿ ਅਸੀਂ ਆਜ਼ਾਦ ਹਾਂ, ਕਿਉਂਕਿ ਅੰਗਰੇਜ਼ਾਂ ਤੋਂ ਜਾਣ ਤੋਂ ਬਾਅਦ ਜਦੋਂ ਸਾਡਾ ਸੰਵਿਧਾਨ ਬਣਿਆ ਅਸੀਂ ਆਜ਼ਾਦ ਹੋ ਗਏ। ਇਹ ਜਿਹੜੀ ਸਾਡਾ ਸੰਵਿਧਾਨ ਹੈ ਆਰਟੀਕਲ 19 ਤੋਂ ਲੈ ਕੇ 22 ਦੇ ਵਿੱਚ ਜਿਹੜਾ ਹੈ ਇਹ ਸੰਵਿਧਾਨ ਵਿੱਚ ਸਾਡਾ ਆਜ਼ਾਦੀ ਦਾ ਅਧਿਕਾਰ ਹੈ, ਇਹਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਹੁਣ ਸਭ ਤੋਂ ਪਹਿਲਾਂ ਜਿਵੇਂ ਉਹਦੇ ਵਿੱਚ ਹੈ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਯਾਨੀ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ। ਅਸੀਂ ਕਿਧਰੇ ਵੀ ਭਾਸ਼ਣ ਦੇ ਸਕਦੇ ਹਾਂ, ਆਦਿ ਜੋ ਸਾਡੇ ਵਿਚਾਰ ਨੇ ਉਹਨਾਂ ਨੂੰ ਪ੍ਰਗਟ ਕਰਨ ਦੀ ਸਾਨੂੰ ਆਜ਼ਾਦੀ ਹੈ। ਦੂਜਾ ਹੈ ਹਥਿਆਰਾਂ ਤੋਂ ਬਿਨਾਂ ਸ਼ਾਂਤੀਮਈ ਰੂਹ ਵਿੱਚ ਇਕੱਤਰ ਹੋਣ ਦੀ ਆਜ਼ਾਦੀ, ਯਾਨੀ ਫਰੀਡਮ ਟੂ ਅਸੈਂਬਲ ਪੀਸਫੁਲੀ ਵਿਦਾਊਟ ਆਰਮਸ, ਯਾਨੀ ਕਿ ਬਿਨਾਂ ਹਥਿਆਰਾਂ ਦੇ, ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹਦੇ ਨਾਲ ਹਿੰਸਾ ਹੋ ਸਕੇ, ਐਸੀ ਚੀਜ਼ਾਂ ਤੋਂ ਬਿਨਾਂ ਅਸੀਂ ਕਿਧਰੇ ਵੀ ਇਕੱਠੇ ਹੋ ਸਕਦੇ ਹਾਂ। ਤੀਸਰਾ ਹੈ ਸਮੂਹ ਜਾਂ ਸੰਘ ਸਥਾਪਿਤ ਕਰਨ ਦੀ ਆਜ਼ਾਦੀ, ਫਰੀਡਮ ਟੂ ਫਾਰਮ ਐਸੋਸੀਏਸ਼ਨਸ ਐਂਡ ਯੂਨੀਅਨਸ। ਅਸੀਂ ਕੋਈ ਵੀ ਗਰੁੱਪ ਦਾ ਬਣਾ ਸਕਦੇ ਹਾਂ, ਕੋਈ ਕਲੱਬ ਬਣਾ ਸਕਦੇ ਹਾਂ, ਕੋਈ ਸਮੂਹ ਬਣਾ ਸਕਦੇ ਹਾਂ, ਕੋਈ ਯੂਨੀਅਨ ਬਣਾ ਸਕਦੇ ਹਾਂ, ਉਹਦੀ ਸਾਨੂੰ ਆਜ਼ਾਦੀ ਹੈ। ਚੌਥਾ ਹੈ ਸਮੁੱਚੇ ਭਾਰਤ ਵਿੱਚ ਤੁਰਨ ਫਿਰਨ ਦੀ ਆਜ਼ਾਦੀ, ਅਸੀਂ ਕਿਧਰੇ ਵੀ ਘੁੰਮ ਸਕਦੇ ਹਾਂ, ਫਰੀਡਮ ਟੂ ਮੂਵ ਫਰੀਲੀ ਥਰੂ ਆਊਟ ਦਾ ਟੈਰੀਟਰੀ ਆਫ ਇੰਡੀਆ, ਕਿਧਰੇ ਵੀ ਭਾਰਤ ਦੇ ਵਿੱਚ ਸਾਨੂੰ ਘੁੰਮਣ ਦੀ ਜਿਹੜੀ ਹੈ ਉਹ ਆਜ਼ਾਦੀ ਹੈ। ਪੰਜਵਾਂ ਹੈ ਦੇਸ਼ ਦੇ ਕਿਸੇ ਭਾਗ ਵਿੱਚ ਰਹਿਣ ਦੀ ਅਤੇ ਨਿਵਾਸ ਸਥਾਨ ਬਣਾਉਣ ਦੀ ਸੁਤੰਤਰਤਾ, ਅਸੀਂ ਭਾਰਤ ਦੇ ਵਿੱਚ ਕਿਧਰੇ ਵੀ ਰਹਿ ਸਕਦੇ ਹਾਂ, ਵਸ ਸਕਦੇ ਹਾਂ, ਫਰੀਡਮ ਟੂ ਰਿਜ਼ਾਈਡ ਐਂਡ ਸੈਟਲ ਇਨ ਐਨੀ ਪਾਰਟ ਆਫ ਦਾ ਟੈਰੀਟਰੀ ਆਫ ਇੰਡੀਆ, ਭਾਰਤ ਦੇ ਯਾਨੀ ਕਿਸੇ ਵੀ ਹਿੱਸੇ ਦੇ ਵਿੱਚ, ਜ਼ਮੀਨ ਦੇ ਕਿਸੇ ਟੁਕੜੇ 'ਤੇ ਅਸੀਂ ਜਾ ਕੇ ਰਹਿ ਸਕਦੇ ਹਾਂ ਨਿਯਮ ਔਰ ਕਾਨੂੰਨ ਦੇ ਅਨੁਸਾਰ। ਅਗਲਾ ਹੈ ਜੀ ਕੋਈ ਵੀ ਕਾਰੋਬਾਰ ਕਰਨ ਦੀ ਸਾਨੂੰ ਆਜ਼ਾਦੀ ਹੈ, ਕੋਈ ਰੋਜ਼ਗਾਰ ਅਸੀਂ ਅਪਣਾ ਸਕਦੇ ਹਾਂ, ਫਰੀਡਮ ਟੂ ਪ੍ਰੈਕਟਿਸ ਐਨੀ ਪ੍ਰੋਫੈਸ਼ਨ ਔਰ ਟੂ ਕੈਰੀ ਔਨ ਐਨੀ ਆਕੂਪੇਸ਼ਨ, ਟ੍ਰੇਡ ਔਰ ਬਿਜ਼ਨਸ, ਯਾਨੀ ਕੋਈ ਕੰਮ ਕਾਜ ਕਰ ਸਕਦੇ ਹਾਂ, ਕੋਈ ਸ਼ੌਪ ਕਰ ਸਕਦੇ ਹਾਂ, ਕੋਈ ਅਸੀਂ ਨੌਕਰੀ ਕਰ ਸਕਦੇ ਹਾਂ, ਉਹ ਸਾਡੀ ਮਰਜ਼ੀ 'ਤੇ ਹੈ, ਉਸ ਚੀਜ਼ ਦੀ ਸਾਨੂੰ ਆਜ਼ਾਦੀ ਹੈ। ਇਹ ਸਾਡਾ ਜਿਹੜਾ ਹੈ ਰਾਈਟ ਟੂ ਫਰੀਡਮ, ਆਜ਼ਾਦੀ ਦਾ ਜੋ ਅਧਿਕਾਰ ਸਾਡਾ ਹੈ ਉਹ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦਰਜ ਹੈ। ਅੱਗੇ ਹੈ ਜੀ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਯਾਨੀ ਕਿ ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਇਹ ਆਰਟੀਕਲ 23 ਔਰ 24 ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ, ਉਹਦੇ ਵਿੱਚ ਇਹ ਜ਼ਿਕਰ ਜਿਹੜਾ ਹੈ ਇਸ ਸਾਡੇ ਮੌਲਿਕ ਅਧਿਕਾਰ ਦਾ ਕੀਤਾ ਹੋਇਆ ਹੈ। ਮਨੁੱਖ ਦਾ ਵਪਾਰ ਔਰ ਬਿਨਾਂ ਵੇਤਨ ਦੇ ਜਬਰੀ ਕੰਮ ਕਰਾਉਣ ਦੀ ਇਹਦੇ 'ਚ ਮਨਾਹੀ ਕੀਤੀ ਗਈ ਹੈ, ਔਰ ਜਿਹੜਾ ਵੀ ਇਸ ਦਾ ਵਿਰੋਧ ਕਰਦਾ ਹੈ ਯਾਨੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਹੋ ਸਕਦੀ ਹੈ ਕਾਨੂੰਨ ਦੇ ਅਨੁਸਾਰ। ਔਰ 14 ਸਾਲ ਦੇ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹਨਾਂ ਕੋਲੋਂ ਜਿਹੜੀ ਲੇਬਰ ਹੈ, ਕੋਈ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਉਹ ਨਹੀਂ ਕਰਵਾਇਆ ਜਾ ਸਕਦਾ। ਬਾਲ ਕਿਰਤ ਦੀ ਮਨਾਹੀ ਦੀ ਧਾਰਾ 24 ਹੈ ਸਾਡੇ ਸੰਵਿਧਾਨ ਦੇ ਵਿੱਚ, ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਆਰਟੀਕਲ 24 ਦੇ ਵਿੱਚ ਜਿਹੜੀ ਹੈ ਇਹ 14 ਸਾਲਾਂ ਵਾਲੀ ਸ਼ਰਤ ਜਿਹੜੀ ਹੈ ਉਹ ਲਿਖੀ ਹੋਈ ਹੈ। ਅਗਲਾ ਜਿਹੜਾ ਆਪਣਾ ਅਧਿਕਾਰ ਹੈ ਉਹ ਹੈ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਯਾਨੀ ਸਾਡਾ ਧਰਮ ਜੋ ਹੈ ਉਹ ਸਾਨੂੰ ਮੰਨਣ ਦੀ ਆਜ਼ਾਦੀ ਹੈ, ਰਾਈਟ ਟੂ ਰਿਲੀਜੀਅਸ ਫਰੀਡਮ। ਇਹ ਆਰਟੀਕਲ 25 ਤੋਂ 28 ਤੱਕ ਇਸ ਅਧਿਕਾਰ ਦਾ ਜ਼ਿਕਰ ਸਾਡੇ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ ਹੈ, ਯਾਨੀ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਉਸ ਚੀਜ਼ 'ਤੇ ਰਾਜ ਵੱਲੋਂ ਜਾਂ ਕਿਸੇ ਵੀ ਵੱਲੋਂ ਸਾਡੇ 'ਤੇ ਕੋਈ ਪ੍ਰੈਸ਼ਰ ਨਹੀਂ ਹੈ। ਸਾਰੇ ਧਰਮਾਂ ਦਾ ਸਾਡੇ ਰਾਜ ਦੇ ਵਿੱਚ ਬਰਾਬਰ ਦਾ ਸਤਿਕਾਰ ਹੈ, ਔਰ ਧਰਮ ਦੇ ਆਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਜਿਹੜਾ ਹੈ
ਉਹ ਨਹੀਂ ਕੀਤਾ ਜਾ ਸਕਦਾ। ਸਾਡੀ ਚਾਹੇ ਜੁਡੀਸ਼ਰੀ ਹੈ, ਸਾਡਾ ਚਾਹੇ ਜਿਹੜਾ ਕੋਈ ਵੀ ਸਿਸਟਮ ਹੈ, ਉਹ ਧਰਮ ਦੇ ਆਧਾਰ 'ਤੇ ਕਿਸੇ ਨੂੰ ਅਲੱਗ ਨਹੀਂ ਸਮਝਦਾ, ਔਰ ਸਾਰਿਆਂ ਨੂੰ ਆਦੇ ਆਦੇ ਧਰਮ ਦੇ ਪ੍ਰਚਾਰ ਕਰਨ ਦੀ, ਅਪਣਾਉਣ ਦੀ, ਹਰ ਤਰ੍ਹਾਂ ਦੀ ਪ੍ਰਸਾਰ ਕਰਨ ਦੀ ਉਹਨਾਂ ਨੂੰ ਆਜ਼ਾਦੀ ਜਿਹੜੀ ਹੈ ਉਹ ਧਰਮ ਦੀ ਦਿੱਤੀ ਗਈ ਹੈ। ਧਰਮ ਦੇ ਆਧਾਰ 'ਤੇ ਕੋਈ ਟੈਕਸ ਜਿਹੜਾ ਹੈ ਉਹ ਸਰਕਾਰ ਨਹੀਂ ਲਗਾ ਸਕਦੀ। ਵਿਦਿਅਕ ਸੰਸਥਾਵਾਂ ਜਿਹੜੀਆਂ ਨੇ ਉਹ ਧਰਮ ਦੇ ਜਿਹੜੇ ਮਿਨੋਰਟੀਜ਼ ਨੇ ਉਹ ਆਪਦੀਆਂ ਖੋਲ੍ਹ ਸਕਦੀਆਂ ਨੇ, ਜਾਂ ਕੋਈ ਐਸਾ ਵਿਦਿਅਕ ਅਦਾਰਾ, ਕੋਈ ਐਸੀ ਸੰਸਥਾ ਜਿਹੜੀ ਸਰਕਾਰ ਵੱਲੋਂ ਮਦਦ ਲੈਂਦੀ ਹੋਵੇ ਜਾਂ ਸਰਕਾਰੀ ਹੋਵੇ, ਉਹਦੇ 'ਚ ਧਰਮ ਦੇ ਆਧਾਰ 'ਤੇ ਕਿਸੇ ਨੂੰ ਐਡਮਿਸ਼ਨ ਲਈ ਜਾਂ ਦਾਖਲੇ ਲਈ ਮਨਾ ਨਹੀਂ ਕੀਤਾ ਜਾ ਸਕਦਾ। ਅਗਲਾ ਜਿਹੜਾ ਸਾਡਾ ਅਧਿਕਾਰ ਹੈ ਉਹ ਹੈ ਵਿਦਿਅਕ ਅਤੇ ਸੱਭਿਆਚਾਰਕ ਅਧਿਕਾਰ, ਯਾਨੀ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ। ਇਹ ਆਰਟੀਕਲ 29 ਔਰ 30 ਦੇ ਵਿੱਚ ਇਸ ਦਾ ਜ਼ਿਕਰ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈ। ਇਹਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ? ਹਰੇਕ ਸੰਪਰਦਾਇ ਨੂੰ ਆਪਣੀ ਭਾਸ਼ਾ ਜਾਂ ਲਿਪੀ ਦੀ ਸੁਰੱਖਿਆ ਅਤੇ ਵਿਕਾਸ ਕਰਨ ਦਾ ਅਧਿਕਾਰ ਹੈ। ਕੋਈ ਵੀ ਐਸਾ ਸੰਪਰਦਾਇ ਜਿਨਦੀ ਆਪਦੀ ਕੋਈ ਭਾਸ਼ਾ ਹੈ, ਕੋਈ ਲਿਪੀ ਹੈ, ਉਸ ਦਾ ਵਿਕਾਸ ਕਰਨ ਦਾ ਅਧਿਕਾਰ ਉਸ ਨੂੰ ਦਿੱਤਾ ਗਿਆ ਹੈ। ਜਿਹੜੇ ਵੀ ਘੱਟ ਗਿਣਤੀ ਲੋਕ ਹੁੰਦੇ ਨੇ, ਖਾਸ ਕਰ ਉਹਨਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਜਿਵੇਂ ਪ੍ਰੋਟੈਕਸ਼ਨ ਆਫ ਦਾ ਇੰਟਰਸਟ ਆਫ ਮਾਈਨੋਰਿਟੀਜ਼ ਦੀ ਗੱਲ ਹੈ। ਇਹ ਘੱਟ ਗਿਣਤੀ, ਜਿਵੇਂ ਭਾਰਤ ਦੇ ਵਿੱਚ ਹੁਣ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਹੈ ਉਹ ਹਿੰਦੂ ਧਰਮ ਦੇ ਲੋਕਾਂ ਦੀ ਹੈ, ਤਾਂ ਉਸ ਤੋਂ ਇਲਾਵਾ ਜਿੰਨੇ ਵੀ ਧਰਮ ਨੇ ਉਹ ਸਾਡੇ ਮਿਨੋਰਟੀ ਦੇ ਧਰਮ ਨੇ। ਦੂਜਾ, ਸਰਕਾਰੀ ਵਿਦਿਅਕ ਸੰਸਥਾਵਾਂ ਜਾਂ ਰਾਜ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੀ ਸੰਸਥਾਵਾਂ ਕਿਸੇ ਧਰਮ, ਭਾਸ਼ਾ ਜਾਂ ਜਾਤੀ ਦੇ ਆਧਾਰ 'ਤੇ ਦਾਖਲਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੀਆਂ। ਇਹ ਵੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ। ਜਿਹੜੇ ਸਾਡੇ ਸੱਭਿਆਚਾਰਕ ਔਰ ਵਿਦਿਅਕ ਸਾਡਾ ਅਧਿਕਾਰ ਹੈ ਉਹ। ਅੱਗੇ, ਧਰਮ ਦੇ ਆਧਾਰ 'ਤੇ ਘੱਟ ਗਿਣਤੀਆਂ ਨੂੰ ਆਪਣੀ ਇੱਛਾ ਅਨੁਸਾਰ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਅਧਿਕਾਰ ਹੈ। ਜਿਹੜੇ ਮਿਨੋਰਟੀਜ਼ ਨੇ ਉਹ ਆਪਦੀਆਂ ਵਿਦਿਅਕ ਸੰਸਥਾਵਾਂ ਜਿਹੜੀਆਂ ਨੇ ਉਹ ਸਥਾਪਿਤ ਕਰ ਸਕਦੇ ਨੇ। ਹੁਣ ਤੁਸੀਂ ਦੇਖਦੇ ਹੋ ਜਿਵੇਂ ਈਸਾਈ ਦੀਆਂ ਮਿਸ਼ਨਰੀ ਕਈ ਇੰਸਟੀਟਿਊਸ਼ਨਸ ਇਸ ਤਰ੍ਹਾਂ ਦੇ ਹੁੰਦੇ ਨੇ ਅਲੱਗ-ਅਲੱਗ, ਕਿ ਧਰਮ ਨੂੰ ਵਾਧਾ ਕਰਨ ਵਾਲੇ, ਜਾਂ ਖਾਲਸਾ ਇੰਸਟੀਟਿਊਸ਼ਨਸ ਹੁੰਦੇ ਨੇ ਇਸ ਤਰ੍ਹਾਂ ਦੇ ਸਾਰੇ, ਇਹ ਉਸੇ ਦੇ ਅਨੁਸਾਰ ਬਣੇ ਹੁੰਦੇ ਨੇ। ਅਗਲਾ ਸਾਡਾ ਜਿਹੜਾ ਅਧਿਕਾਰ ਹੈ ਉਹ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਯਾਨੀ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਇਹ ਆਰਟੀਕਲ 32 ਦੇ ਵਿੱਚ ਜਿਹੜਾ ਹੈ ਉਹ ਇਸ ਦਾ ਜ਼ਿਕਰ ਹੈ। ਇਹਦੇ ਅਨੁਸਾਰ ਅਗਰ ਕਿਸੇ ਵੀ ਵਿਅਕਤੀ ਦੇ ਅਧਿਕਾਰ ਦਾ ਕਿਸੇ ਤਰ੍ਹਾਂ ਹਨਨ ਹੁੰਦਾ ਹੈ, ਯਾਨੀ ਕੋਈ ਉਸ ਅਧਿਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਇਹਨਾਂ ਅਧਿਕਾਰਾਂ ਦੇ ਲਈ ਸੰਵਿਧਾਨਿਕ ਉਪਚਾਰ ਕਰ ਸਕਦੇ ਹਾਂ, ਇਲਾਜ ਕਰ ਸਕਦੇ ਹਾਂ। ਕੀ ਕਰ ਸਕਦੇ ਹਾਂ? ਯਾਨੀ ਸਿੱਧਾ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਇਸ ਅਧਿਕਾਰ ਦੇ ਲਈ ਖੜਕਾ ਸਕਦੇ ਹਾਂ, ਉੱਥੇ ਜਾ ਸਕਦੇ ਹਾਂ, ਰਿਪੋਰਟ ਕਰ ਸਕਦੇ ਹਾਂ, ਕੇਸ ਕਰ ਸਕਦੇ ਹਾਂ। ਜੋ ਵੀ ਇਹ ਸਿਸਟਮ ਹੁੰਦਾ ਹੈ ਉਹਦੇ ਅਨੁਸਾਰ ਲਾ ਦੇ ਵਿੱਚ ਅਸੀਂ, ਯਾਨੀ ਹੁਣ ਨੋਰਮਲੀ ਜਿਹੜਾ ਅਸੀਂ ਸਿਸਟਮ ਚਲਾਉਂਦੇ ਹਾਂ, ਅਗਰ ਇੱਕ ਕੋਈ ਸਾਡਾ ਸਧਾਰਨ ਜਿਹੜਾ ਅਧਿਕਾਰ ਹੈ ਉਹਦੇ ਲਈ ਪਹਿਲਾਂ ਪੁਲਿਸ ਦਾ ਸਿਸਟਮ ਹੈ, ਫਿਰ ਲੋਅਰ ਕੋਰਟਸ ਹੁੰਦੀਆਂ ਨੇ, ਫਿਰ ਅਗਾਂਹ ਡਿਸਟ੍ਰਿਕਟ ਕੋਰਟਸ ਹੁੰਦੀਆਂ ਨੇ, ਫਿਰ ਹਾਈ ਕੋਰਟ ਹੈ, ਔਰ ਫਿਰ ਸੁਪਰੀਮ ਕੋਰਟ ਹੈ। ਲੇਕਿਨ ਮੌਲਿਕ ਅਧਿਕਾਰਾਂ ਨੂੰ ਇਸੇ ਕਰਕੇ ਮੌਲਿਕ ਅਧਿਕਾਰ ਅਸੀਂ ਕਹਿੰਦੇ ਹਾਂ ਕਿਉਂਕਿ ਇਹਨਾਂ ਦਾ ਅਗਰ ਹਨਨ ਹੁੰਦਾ ਹੈ, ਜਿਵੇਂ ਮੈਂ ਪਹਿਲਾਂ ਬੇਟੇ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਵੀ ਨਾਗਰਿਕ ਭਾਰਤ ਦਾ ਹੈ ਉਹਨੂੰ ਜਨਮਜਾਤ 'ਤੇ ਪ੍ਰਾਪਤ ਹੋ ਜਾਂਦੇ ਨੇ, ਔਰ ਅਗਰ ਕੋਈ ਇਹਨਾਂ ਦਾ ਹਨਨ ਕਰਦਾ ਹੈ, ਕੋਈ ਇਸ ਨੂੰ ਵਾਂਝਾ ਰੱਖਣ ਦੀ ਕਿਸੇ ਨਾਗਰਿਕ ਨੂੰ ਕੋਸ਼ਿਸ਼ ਕਰਦਾ ਹੈ, ਤਾਂ ਇਸ ਦੇ ਖਿਲਾਫ ਸਿੱਧਾ ਸੁਪਰੀਮ ਕੋਰਟ ਜਾ ਸਕਦਾ ਹੈ। ਇਸੇ ਕਰਕੇ ਇਹ ਮੌਲਿਕ ਅਧਿਕਾਰ ਨੇ। ਇਹ ਹੈ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਹੁਣ ਇੱਥੇ ਇੱਕ ਹੋਰ ਗੱਲ ਹੈ, ਜਿਹੜੇ ਇਹ ਸਾਡੇ ਸਾਰੇ ਮੌਲਿਕ ਅਧਿਕਾਰ ਨੇ, ਇਹਨਾਂ ਬਾਰੇ ਕਈ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਹ ਜਿਹੜੇ ਅਧਿਕਾਰ ਨੇ ਇਹਨਾਂ 'ਤੇ ਕੁਛ ਪਾਬੰਦੀਆਂ ਵੀ ਲੱਗੀਆਂ ਹੋਈਆਂ ਨੇ। ਹੁਣ ਅਗਰ ਜਿਵੇਂ ਅਸੀਂ ਦੁਬਾਰਾ ਇਹਨਾਂ ਦੀ ਗੱਲ ਕਰੀਏ, ਚਾਹੇ ਸਾਡਾ ਇਹ ਸਮਾਨਤਾ ਦਾ ਅਧਿਕਾਰ ਹੈ, ਕਾਨੂੰਨ ਸਾਹਮਣੇ ਸਮਾਨਤਾ, ਵਿਤਕਰੇ ਦੀ ਮਨਾਹੀ ਜਾਂ ਅਵਸਰ ਦੀ ਸਮਾਨਤਾ, ਜਾਂ ਅਸੀਂ ਛੂਤ-ਛਾਤ ਦੀ ਮਨਾਹੀ, ਉਪਾਧੀਆਂ ਖਿਤਾਬਾਂ ਦੀ ਗੱਲ ਕੀਤੀ, ਭਾਸ਼ਣ ਦੇਣ, ਹਥਿਆਰਾਂ ਤੋਂ ਬਿਨਾਂ ਇਕੱਠੇ ਹੋਣ ਦੀ ਗੱਲ, ਇਹ ਸਾਰੀਆਂ ਗੱਲਾਂ ਸਾਨੂੰ ਅਧਿਕਾਰ ਤਾਂ ਪ੍ਰਾਪਤ ਨੇ, ਲੇਕਿਨ ਇਹ ਬਿਲਕੁਲ ਬੇਲਗਾਮ ਨਹੀਂ ਹੈ। ਵਿਸ਼ੇਸ਼ ਹਾਲਤਾਂ ਐਸੀਆਂ ਹੁੰਦੀਆਂ ਨੇ ਸਰਕਾਰ ਇਹਨਾਂ 'ਤੇ ਪਾਬੰਦੀਆਂ ਕੁਛ ਹੱਦ ਤੱਕ ਲਗਾ ਸਕਦੀ ਹੈ। ਜਿਵੇਂ ਅਗਰ ਦੇਸ਼ ਵਿੱਚ ਕੋਈ ਐਮਰਜੈਂਸੀ ਡਿਕਲੇਅਰ ਹੋ ਜਾਵੇ ਅਗਰ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਅਧਿਕਾਰਾਂ ਨੂੰ ਸਥਗਿਤ ਕੀਤਾ ਜਾ ਸਕਦਾ ਹੈ, ਸਸਪੈਂਡ ਕੀਤਾ ਜਾ ਸਕਦਾ ਹੈ। ਕਈ ਜਿਹੜੇ ਵਿਦਵਾਨ ਨੇ ਉਹ ਇਸ ਚੀਜ਼ ਨੂੰ ਕਹਿੰਦੇ ਨੇ ਕਿ ਮੌਲਿਕ ਅਧਿਕਾਰਾਂ ਦਾ ਮਹੱਤਵ ਇਹਦੇ ਨਾਲ ਘੱਟ ਹੋ ਜਾਂਦਾ ਹੈ, ਲੇਕਿਨ ਵਾਸਤਵਿਕਤਾ ਐਸੀ ਨਹੀਂ ਹੈ। ਮੌਲਿਕ ਅਧਿਕਾਰ ਵੀ ਪਾਬੰਦੀਆਂ ਦੇ ਦਾਇਰੇ ਦੇ ਵਿੱਚ ਹੀ, ਜਿਵੇਂ ਅਸੀਂ ਅਗਰ ਪੜ੍ਹੀ, ਅਧਿਕਾਰ ਜਿਹੜੇ ਹੁੰਦੇ ਨੇ ਉਹ ਪਾਬੰਦੀਆਂ ਦੇ ਦਾਇਰੇ ਦੇ ਵਿੱਚ ਹੀ ਅਧਿਕਾਰ ਹੁੰਦੇ ਨੇ।
ਔਰ ਲੇਕਿਨ ਸਾਨੂੰ ਵਿਸ਼ੇਸ਼ ਅਧਿਕਾਰ ਇਹ ਮਿਲਿਆ ਵੀ ਹੈ ਕਿ ਅਗਰ ਕੋਈ ਸਾਡੇ ਅਧਿਕਾਰ ਖੋਹਦਾ ਹੈ ਤਾਂ ਅਸੀਂ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਜਿਹੜਾ ਹੈ ਅਸੀਂ ਕੋਰਟ ਦਾ ਦਰਵਾਜ਼ਾ ਖਟਖਟਾ ਸਕਦੇ ਹਾਂ। ਹੁਣ ਇਹਦੇ ਨਾਲ ਹੀ ਇੱਕ ਹੋਰ ਚੀਜ਼ ਵੀ ਦਿੱਤੀ ਗਈ ਹੈ, ਉਹ ਹੈ ਭਾਰਤੀ ਨਾਗਰਿਕਾਂ ਦੇ ਕਰਤੱਵ, ਯਾਨੀ ਕਿ ਫੰਡਾਮੈਂਟਲ ਡਿਊਟੀਜ਼ ਆਫ ਇੰਡੀਅਨ ਸਿਟੀਜ਼ਨ। ਜਿੱਥੇ ਸਾਨੂੰ ਅਧਿਕਾਰ ਪ੍ਰਾਪਤ ਨੇ ਉੱਥੇ ਸਾਡੇ ਕੁਝ ਕਰਤੱਵ ਵੀ ਨੇ। ਇਹ ਵੀ ਸਾਡੇ ਸੰਵਿਧਾਨ ਦੇ ਵਿੱਚ 1976 ਈਸਵੀ ਵਿੱਚ 42ਵੀਂ ਸੰਵਿਧਾਨਿਕ ਸੋਧ ਜਿਹੜੀ ਹੈ ਉਹ ਕੀਤੀ ਗਈ ਸੀ, ਔਰ ਭਾਗ 4A ਦੇ ਵਿੱਚ ਨਾਗਰਿਕਾਂ ਦੇ ਕਰਤੱਵ ਜਿਹੜੇ ਸੀ ਜੋੜੇ ਗਏ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੇਟੇ, ਜਿੰਨੀਆਂ ਵੀ ਤੁਹਾਡੀਆਂ ਇਹ ਬੁੱਕਸ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਤੁਹਾਨੂੰ ਪ੍ਰਾਪਤ ਹੁੰਦੀਆਂ ਨੇ, ਜਿਵੇਂ ਇਹ ਵੀ ਤੁਹਾਡੀ SS ਦੀ ਬੁੱਕ ਹੈ, ਇਹਦੇ ਪਿੱਛੇ ਅਗਰ ਤੁਸੀਂ ਦੇਖੋਗੇ ਤਾਂ ਆਹ ਦੇਖੋ, ਭਾਰਤ ਦਾ ਸੰਵਿਧਾਨ ਨਾਗਰਿਕਾਂ ਦੇ ਮੁੱਢਲੇ ਕਰਤੱਵ ਭਾਗ 4O ਦੇ ਵਿੱਚ ਜਿਹੜਾ ਹੈ ਅਨੁਛੇਦ 51O ਦੇ ਵਿੱਚ ਇਹ ਜਿਹੜੇ ਨੇ ਮੁੱਢਲੇ ਕਰਤੱਵ। ਹਰ ਕਿਤਾਬ ਤੁਹਾਡੀ ਹਿੰਦੀ ਦੀ ਹੈ, SS ਦੀ ਹੈ, ਪੰਜਾਬੀ ਦੀ ਹੈ, ਇੰਗਲਿਸ਼ ਦੀ ਹੈ, ਹਰ ਕਿਤਾਬ ਦੇ ਪਿੱਛੇ ਇਹ ਤੁਹਾਡੇ ਮੁੱਢਲੇ ਕਰਤੱਵ ਜਿਹੜੇ ਨੇ ਆ ਦੇਖੋ ਇਹ ਦਿੱਤੇ ਗਏ ਨੇ। ਤਾਂ ਇਹਨਾਂ ਕਰਤੱਵਾਂ ਦੇ ਵਿੱਚ ਆਪਾਂ ਮੋਟੇ ਰੂਪ 'ਚ ਪੜ੍ਹਦੇ ਹਾਂ, ਚਲੋ ਇੱਥੋਂ ਹੀ ਪੜ੍ਹ ਲੈਂਦੇ ਹਾਂ। ਭਾਰਤ ਦੇ ਹਰ ਇੱਕ ਨਾਗਰਿਕ ਦਾ ਇਹ ਕਰਤੱਵ ਹੋਵੇਗਾ ਕਿ ਉਹ ਸੰਵਿਧਾਨ ਦੀ ਪਾਲਣਾ ਕਰੇ ਅਤੇ ਇਸ ਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ, ਰਾਸ਼ਟਰੀ ਗੀਤ ਦਾ ਆਦਰ ਕਰੇ। ਤਾਂ ਸਾਡੀ ਡਿਊਟੀ ਹੈ, ਜਿੱਥੇ ਸਾਨੂੰ ਅਧਿਕਾਰ ਪ੍ਰਾਪਤ ਨੇ ਉੱਥੇ ਅਸੀਂ ਇਹ ਆਦੇ ਦੇਸ਼ ਦੇ ਸਾਰੇ ਕੰਮਾਂ ਦਾ, ਸੰਸਥਾਵਾਂ ਦਾ, ਰਾਸ਼ਟਰੀ ਝੰਡੇ ਦਾ, ਗੀਤ ਦਾ ਸਨਮਾਨ ਕਰੀਏ। ਦੂਸਰਾ, ਰਾਸ਼ਟਰੀ ਅੰਦੋਲਨ ਨੂੰ ਪ੍ਰੇਰਿਤ ਕਰਨ ਵਾਲੇ ਸੁਤੰਤਰਤਾ ਪ੍ਰਾਪਤੀ ਦੇ ਉੱਚੇ ਆਦਰਸ਼ਾਂ ਨੂੰ ਮਨ ਵਿੱਚ ਸੰਜੋਏ ਅਤੇ ਉਹਨਾਂ ਦੀ ਪਾਲਣਾ ਕਰੀਏ। ਜਿਸ ਤਰ੍ਹਾਂ ਸਾਡੇ ਸੁਤੰਤਰਤਾ ਸੰਗਰਾਮ ਕਰਤਾਵਾਂ ਨੇ, ਸਾਡੇ ਆਜ਼ਾਦੀ ਘੁਲਾਟੀਆਂ ਨੇ ਕਿਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜ ਕੇ, ਕਸ਼ਟ ਸਹਿ ਕੇ, ਮੁਸ਼ਕਿਲਾਂ ਸਹਿ ਕੇ ਆਜ਼ਾਦੀ ਸਾਨੂੰ ਦਵਾਈ ਹੈ, ਅਸੀਂ ਉਹਨਾਂ ਆਦਰਸ਼ਾਂ ਦੀ ਇੱਜ਼ਤ ਕਰੀਏ, ਉਹਨਾਂ ਨੂੰ ਸੰਜੋਈਏ, ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਔਰ ਪਾਲਣਾ ਕਰੀਏ। ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਏਕਤਾ ਦੀ ਰਾਖੀ ਅਤੇ ਸੰਭਾਲ ਕਰੀਏ। ਕੋਈ ਐਸਾ ਕੰਮ ਨਾ ਕਰੀਏ ਜਿਹਦੇ ਨਾਲ ਸਾਡੇ ਦੇਸ਼ ਦੀ ਅਖੰਡਤਾ, ਏਕਤਾ ਨੂੰ ਖਤਰਾ ਹੋਵੇ। ਦੇਸ਼ ਦੀ ਰੱਖਿਆ ਕਰੀਏ ਅਤੇ ਲੋੜ ਪੈਣ 'ਤੇ ਕੌਮੀ ਸੇਵਾ ਕਰੀਏ। ਭਾਰਤ ਵਾਸੀਆਂ ਵਿੱਚ ਅਜਿਹੀ ਇੱਕ ਸੁਰਤਾ ਅਤੇ ਸਨਮਾਨ ਭਾਈਚਾਰੇ ਦੀ ਭਾਵਨਾ ਦਾ ਨਿਰਮਾਣ ਕਰੇ ਜਿਹੜੀ ਧਰਮ, ਭਾਸ਼ਾ, ਪ੍ਰਦੇਸ਼ ਜਾਂ ਵਰਗ ਆਧਾਰ 'ਤੇ ਸਾਰੇ ਭੇਦਾਂ ਤੋਂ ਪਰਾਂ ਹੋਵੇ। ਅਜਿਹੀਆਂ ਪ੍ਰਥਾਵਾਂ ਨੂੰ ਦਾ ਤਿਆਗ ਕਰੇ ਜਿਨ੍ਹਾਂ ਨਾਲ ਇਸਤਰੀਆਂ ਦਾ ਨਿਰਾਦਰ ਹੁੰਦਾ ਹੋਵੇ। ਦੇਖੋ, ਇਹ ਚੀਜ਼ ਵੀ ਇਹਦੇ 'ਚ ਲਿਖੀ ਹੋਈ ਹੈ ਕਿ ਸਾਨੂੰ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਔਰ ਕਿਉਂਕਿ ਇਸਤਰੀਆਂ ਦਾ ਜਿਹੜੀ ਆਜ਼ਾਦੀ ਤੋਂ ਪਹਿਲਾਂ ਦਾ ਅਗਰ ਅਸੀਂ ਉਹਨਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਮਾੜੀ ਰਹੀ ਹੈ, ਤਾਂ ਇਸ ਕਰਕੇ ਸੰਵਿਧਾਨ ਦੇ ਵਿੱਚ ਇਹ ਵੀ ਦਰਜ ਕੀਤਾ ਗਿਆ ਕਿ ਉਹਨਾਂ ਨੂੰ ਸਮਾਨ, ਸਾਡੇ ਸੰਵਿਧਾਨ ਦੇ ਵਿੱਚ ਤਾਂ ਉਹਨਾਂ ਨੂੰ ਸਮਾਨ ਦਰਜਾ ਪ੍ਰਾਪਤ ਹੈ, ਲੇਕਿਨ ਹਜੇ ਵੀ ਕਿਧਰੇ ਨਾ ਕਿਧਰੇ ਸੋਚ ਦੇ ਵਿੱਚ ਉਹਨਾਂ ਨੂੰ ਉਹ ਦਰਜਾ ਨਹੀਂ ਹੈ, ਲੇਕਿਨ ਅਸੀਂ ਦਈਏ। ਐਸੀ ਸਾਡੀ ਡਿਊਟੀ ਬਣਦੀ ਹੈ, ਸਾਡਾ ਕਰਤੱਵ ਹੈ। ਆਪਣੇ ਮਿਸ਼ਰਿਤ ਸੱਭਿਆਚਾਰਕ ਵਿਰਸੇ ਦੀ ਕਦਰ ਕਰੀਏ ਅਤੇ ਉਸ ਨੂੰ ਕਾਇਮ ਰੱਖੀਏ। ਜੋ ਵੀ ਸਾਡੇ, ਕਿਉਂਕਿ ਭਾਰਤ ਦੇ ਵਿੱਚ ਅਲੱਗ-ਅਲੱਗ ਧਰਮਾਂ ਦਾ ਇਹ ਦੇਸ਼ ਹੈ, ਅਲੱਗ-ਅਲੱਗ ਸਾਡੀਆਂ ਕੌਮਾਂ ਨੇ, ਅਲੱਗ-ਅਲੱਗ ਸਾਡੀਆਂ ਭਾਸ਼ਾਵਾਂ ਨੇ, ਅਲੱਗ-ਅਲੱਗ ਸਾਡੇ ਭੂਗੋਲਿਕ ਸਥਿਤੀ ਹੈ, ਸਾਡੇ ਰੀਤੀ ਰਿਵਾਜ਼ ਨੇ, ਸਾਡੀਆਂ ਪਰੰਪਰਾਵਾਂ ਨੇ, ਸਾਡੀਆਂ ਬੋਲੀਆਂ ਨੇ। ਇਹ ਜਿਹੜਾ ਮਿਸ਼ਰਿਤ ਸੱਭਿਆਚਾਰ ਹੈ ਸਾਡਾ, ਅਸੀਂ ਇਸ ਵਿਰਸੇ ਦੀ ਕਦਰ ਕਰੀਏ, ਜੈਲਸੀ ਨਾ ਕਰੀਏ, ਕਿਸੇ ਨੂੰ ਤੰਗ ਨਾ ਕਰੀਏ ਜਾਂ ਕਿਸੇ ਤੋਂ ਨਫ਼ਰਤ ਨਾ ਕਰੀਏ। ਸਾਡਾ ਜਿੰਨਾ ਵਿਰਸਾ ਚੰਗਾ ਹੈ ਓਨਾ ਹੀ ਦੂਜਿਆਂ ਦਾ ਵੀ ਹੈ। ਪ੍ਰਾਕ੍ਰਿਤਿਕ ਵਾਤਾਵਰਣ ਜਿਸ ਵਿੱਚ ਵਣ, ਝੀਲ, ਨਦੀ, ਜੰਗਲ, ਜੀਵ ਸ਼ਾਮਲ ਨੇ, ਸਭ ਦੀ ਰੱਖਿਆ ਕਰੀਏ, ਉਸ ਦਾ ਸੁਧਾਰ ਕਰੀਏ, ਜੀਵ ਜੰਤੂਆਂ ਦੇ 'ਤੇ ਦਇਆ ਦਾ ਭਾਵ ਰੱਖੀਏ। ਵਿਗਿਆਨਿਕ ਦ੍ਰਿਸ਼ਟੀਕੋਣ ਰੱਖੀਏ, ਯਾਨੀ ਅੰਧ ਵਿਸ਼ਵਾਸ ਸੀ ਪੁਰਾਣਾ ਸਾਡਾ ਜਿਹੜਾ ਸਮਾਜ ਸੀ, ਉਹਦੇ 'ਚ ਬਹੁਤ ਜ਼ਿਆਦਾ ਅੰਧ ਵਿਸ਼ਵਾਸ ਸੀ, ਉਹਨੂੰ ਛੱਡੀਏ। ਦ੍ਰਿਸ਼ਟੀਕੋਣ ਜਿਹੜਾ ਹੈ ਉਹ ਵਿਗਿਆਨਿਕ ਕਰੀਏ। ਮਾਨਵਵਾਦ, ਜਾਂਚ ਪੜਤਾਲ ਅਤੇ ਸੁਧਾਰ ਦੀ ਮਨੋਵਿਰਤੀ ਦਾ ਵਿਕਾਸ ਕਰੀਏ। ਕੋਈ ਵੀ ਚੀਜ਼ 'ਤੇ ਅੰਧ ਵਿਸ਼ਵਾਸ ਯਾਨੀ ਬਿਨਾਂ ਸੋਚੇ ਸਮਝੇ ਵਿਸ਼ਵਾਸ ਕਰ ਲੈਣਾ, ਮੰਨ ਲੈਣਾ, ਇਸ ਚੀਜ਼ ਦਾ ਜਿਹੜਾ ਸਾਡੀ ਸੋਚ ਹੈ ਉਹਦੇ ਵਿੱਚ ਬਦਲਾਵ ਲੈ ਕੇ ਆਈਏ। ਜਨਤਕ ਸੰਪत्ति ਦੀ ਰੱਖਿਆ ਕਰੀਏ ਅਤੇ ਹਿੰਸਾ ਤੋਂ ਦੂਰ ਰਹੀਏ। ਜੋ ਸਰਕਾਰੀ ਸੰਸਥਾਵਾਂ ਨੇ, ਜੋ ਸਰਕਾਰੀ ਪ੍ਰਾਪਰਟੀ ਹੈ, ਕਿਉਂਕਿ ਸਾਡੇ ਹੀ ਪੈਸੇ ਨਾਲ ਬਣੀ ਹੈ, ਅਸੀਂ ਟੈਕਸ ਭਰਿਆ ਹੈ, ਚਾਹੇ ਉਹ ਸੇਲ ਟੈਕਸ, ਚਾਹੇ ਉਹ ਪ੍ਰਾਪਰਟੀ ਟੈਕਸ, ਚਾਹੇ ਉਹ ਸੈਲਰੀ ਟੈਕਸ ਦੇ ਵਿੱਚ ਭਰਿਆ ਹੈ, ਤਾਂ ਉਹਨੂੰ ਖਰਾਬ ਨਾ ਕਰੀਏ, ਹਿੰਸਾ ਦੇ ਵਿੱਚ ਹਿੱਸਾ ਨਾ ਲਈਏ। ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਅਤੇ ਉੱਨਤੀ ਦੇ ਰਸਤੇ 'ਤੇ ਚੱਲਣ ਦਾ ਪੁਰਜ਼ੋਰ ਯਤਨ ਕਰੀਏ, ਜਿਸ ਨਾਲ ਰਾਸ਼ਟਰ ਨਿਰੰਤਰ ਚੜ੍ਹਤ ਨਾਲ ਤਰੱਕੀ ਦੀਆਂ ਉਚਾਈਆਂ ਨੂੰ ਛੂਹ ਸਕੇ। ਤਾਂ ਸਾਰੇ ਰਾਸ਼ਟਰ ਦੇ ਨਿਰੰਤਰ ਤਰੱਕੀਆਂ ਵਾਲੇ ਕੰਮ ਅਸੀਂ ਕਰੀਏ। ਹਰੇਕ ਮਾਂ ਬਾਪ ਸਰਪ੍ਰਸਤ ਦੀ ਇਹ ਡਿਊਟੀ ਹੈ, ਕਰਤੱਵ ਹੈ ਕਿ ਉਹ ਜਿਹੜੇ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਉਹਨਾਂ ਦੀ ਪੜ੍ਹਾਈ ਲਈ ਅਨੁਕੂਲ ਪ੍ਰਸਥਿਤੀਆਂ ਪੈਦਾ ਕਰਨ। ਤਾਂ ਇਹ ਸਾਡਾ ਜਿਹੜਾ ਸਾਰੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਨਾਗਰਿਕਾਂ ਦੇ ਮੁੱਢਲੇ ਕਰਤੱਵ ਜਿਹੜੇ ਨੇ ਉਹਨਾਂ ਦੇ ਰੂਪ ਵਿੱਚ ਦਰਜ ਹੈ। ਅਗਲਾ ਜਿਹੜਾ ਬੇਟੇ ਇਸੇ ਲੈਸਨ ਦਾ ਆਪਣਾ ਇੱਕ ਟੌਪਿਕ ਹੈ ਉਹ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ, ਡਾਇਰੈਕਟਿਵ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ।
ਜਦੋਂ ਸਾਡਾ ਸੰਵਿਧਾਨ ਲਿਖਿਆ ਗਿਆ, ਅੰਗਰੇਜ਼ਾਂ ਤੋਂ ਅਸੀਂ ਆਜ਼ਾਦ ਹੋਏ, ਤਾਂ ਜਿਹੜੇ ਸਾਡੇ ਸੰਵਿਧਾਨ ਕਮੇਟੀ ਦੇ ਮੈਂਬਰ ਸੀ ਉਹ ਕੁਛ ਇਸ ਤਰ੍ਹਾਂ ਦਾ ਉਹਨਾਂ ਦਾ ਮਾਈਂਡਸੈਟ ਸੀ ਕਿ ਜਿਹੜਾ ਸਾਡੇ ਸੰਵਿਧਾਨ ਵਿੱਚ ਕੁਛ ਐਸੀਆਂ ਚੀਜ਼ਾਂ ਵੀ ਦਰਜ ਕੀਤੀਆਂ ਜਾਣ ਜੋ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਦੇਸ਼ ਚਲਾਉਣਾ ਹੈ, ਤਾਂ ਉਹ ਸਰਕਾਰਾਂ ਦਾ ਜਿਹੜਾ ਮੋਟਿਵ ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਸ਼ਾਸਨ ਪ੍ਰਬੰਧ ਸਾਡੇ ਦੇਸ਼ ਵਿੱਚ ਚੱਲੇ, ਯਾਨੀ ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਚਾਹੇ ਉਹ ਅਰਥ ਵਿਵਸਥਾ ਹੈ, ਚਾਹੇ ਉਹ ਸਾਡੀਆਂ ਮੂਲਭੂਤ ਸੁਵਿਧਾਵਾਂ ਨੇ, ਸਰਕਾਰ ਕਿਸ ਤਰੀਕੇ ਨਾਲ ਕਿਸ ਸਿਸਟਮ ਦੇ ਅਕੋਰਡਿੰਗ ਜਿਹੜਾ ਹੈ ਦੇਸ਼ ਨੂੰ ਚਲਾਏਗੀ, ਤਾਂ ਕਿ ਅਸੀਂ ਸਾਰਿਆਂ 'ਚ ਜਿਹੜੀ ਇਹ ਪਿੱਛੇ ਆਪਾਂ ਮੌਲਿਕ ਅਧਿਕਾਰਾਂ ਦੀ ਗੱਲ ਕੀਤੀ ਜਾਂ ਸੰਵਿਧਾਨ ਦੀ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ, ਹੁਣ ਅਸੀਂ ਸਮਾਨਤਾ ਦੀ ਗੱਲ ਕੀਤੀ, ਤਾਂ ਸਮਾਨਤਾ ਜਦੋਂ ਸੰਵਿਧਾਨ ਲਾਗੂ ਹੋਇਆ ਉਦੋਂ ਤਾਂ ਨਹੀਂ ਸੀ, ਤਾਂ ਸਮਾਨਤਾ ਸਾਰਿਆਂ ਦੇ ਵਿੱਚ ਹੋ ਸਕੇ ਉਸ ਟੀਚੇ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਜਾਂ ਧਾਰਮਿਕ ਆਜ਼ਾਦੀ, ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤਾਂ ਲੋਕ ਨਹੀਂ ਮੰਨਦੇ ਸੀ, ਕਈ ਤਰ੍ਹਾਂ ਦੇ ਵਿਤਕਰੇ ਸੀ ਸਾਡੇ ਦੇ ਵਿੱਚ, ਅੰਧ ਵਿਸ਼ਵਾਸ ਸੀ, ਛੂਤ ਛਾਤ ਸੀ, ਅਨਪੜ੍ਹਤਾ ਸੀ, ਤਾਂ ਇਹ ਜਿਹੜੀ ਸਾਰੀਆਂ ਚੀਜ਼ਾਂ ਨੂੰ ਅਸੀਂ ਅਨਪੜ੍ਹਤਾ ਦੂਰ ਕਰਨੀ ਸੀ, ਛੂਤ ਛਾਤ ਦਾ ਸਿਸਟਮ ਸੀ ਇਸ ਨੂੰ ਦੂਰ ਕਰਨਾ ਸੀ, ਅੰਧ ਵਿਸ਼ਵਾਸ ਸੀ ਇਹ ਦੂਰ ਕਰਨਾ ਸੀ, ਔਰਤਾਂ ਦੇ ਨਾਲ ਕਈ ਕੁਪ੍ਰਥਾਵਾਂ ਸੀ ਉਹਨਾਂ ਨੂੰ ਅਸੀਂ ਦੂਰ ਕਰਨਾ ਸੀ, ਯਾਨੀ ਸੁਸਾਇਟੀ ਨੂੰ ਅੱਛਾ ਸ਼ੁੱਧ ਬਣਾਉਣਾ ਸੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੇ ਟਾਰਗੇਟ ਸੀਗੇ ਇਹਨਾਂ ਨੂੰ ਅਚੀਵ ਕਿਸ ਤਰ੍ਹਾਂ ਕਰਨਾ ਸੀ, ਉਹਦੇ ਲਈ ਸਰਕਾਰ ਕੀ ਪ੍ਰਯਾਸ ਕਰੇਗੀ, ਕਿਵੇਂ ਚੱਲੇਗੀ, ਤਾਂ ਉਹਦੇ ਲਈ ਕੁਛ ਇਹ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਸੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਲਈ ਉਹਨਾਂ ਨੇ ਵਿੱਚ ਰੱਖੇ। ਉਹਨਾਂ ਦੇ ਵਿੱਚ 3 ਚੀਜ਼ਾਂ ਖਾਸ ਨੇ, ਜਿਵੇਂ ਸਮਾਜਵਾਦੀ ਸਿਧਾਂਤ। ਹੁਣ ਸਮਾਜਵਾਦੀ ਸਿਧਾਂਤ ਦਾ ਮਤਲਬ ਹੈ ਰਾਜ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਅਜਿਹੇ ਸਮਾਜ ਦੀ ਸਥਾਪਨਾ ਕੀਤੀ ਜਾਵੇ ਜਿਸ ਦਾ ਉਦੇਸ਼ ਜਨਤਕ ਭਲਾਈ, ਕੌਮੀ ਜੀਵਨ ਦੇ ਹਰੇਕ ਖੇਤਰ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲ ਸਕੇ। ਤਾਂ ਰਾਜ ਐਸੀਆਂ ਪਾਲਿਸੀ ਬਣਾਵੇ ਜਿਹਦੇ ਨਾਲ ਸਾਰਿਆਂ ਦਾ ਭਲਾ ਹੋਵੇ, ਆਮ ਜਨਤਾ ਦਾ, ਔਰ ਸਭ ਨੂੰ ਨਿਆਂ ਮਿਲੇ। ਸਮਾਜ ਵਿੱਚ ਹਰੇਕ ਨਾਗਰਿਕ ਨੂੰ ਆਪਣੀ ਰੋਜ਼ੀ ਕਮਾਉਣ ਦਾ ਅਧਿਕਾਰ ਪ੍ਰਾਪਤ ਹੋਵੇ। ਤਾਂ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਸਰਕਾਰ ਜਾਂ ਰਾਜ ਬਣਾਵੇ। ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਅਜਿਹੀ ਹੋਵੇ ਜਿਸ ਨਾਲ ਵੱਧ ਤੋਂ ਵੱਧ ਜਨ ਕਲਿਆਣ ਹੋ ਸਕੇ, ਯਾਨੀ ਭੌਤਿਕ ਸਾਧਨਾਂ 'ਤੇ ਕੁਝ ਲੋਕਾਂ ਦਾ ਕਬਜ਼ਾ ਨਾ ਹੋ ਜਾਵੇ ਅਤੇ ਔਰ ਬਾਕੀਆਂ ਨੂੰ ਐਕਸਪਲੋਇਟ ਨਾ ਕਰਨ ਲੱਗ ਜਾਣ। ਸਰਕਾਰ, ਰਾਜ ਇਸ ਤਰ੍ਹਾਂ ਦਾ ਸਿਸਟਮ ਅਡੋਪਟ ਕਰੇ। ਆਰਥਿਕ ਢਾਂਚਾ ਇਸ ਤਰ੍ਹਾਂ ਦਾ ਹੋਵੇ ਕਿ ਧਨ ਅਤੇ ਉਪਜ ਦੇ ਸਾਧਨਾਂ ਵਿੱਚ ਥੋੜ੍ਹੇ ਜਿਹੇ ਵਿਅਕਤੀਆਂ ਦਾ ਜਿਹੜਾ ਸਿਸਟਮ ਹੈ, ਥੋੜ੍ਹੇ ਜਿਹੇ ਵਿਅਕਤੀਆਂ ਦਾ ਰਾਜ ਜਿਹੜਾ ਹੈ ਉਹ ਨਾ ਹੋਵੇ, ਕਬਜ਼ਾ ਨਾ ਹੋਵੇ, ਉਹਨਾਂ ਦੇ ਹੱਥਾਂ 'ਚੋਂ ਕੇਂਦਰਿਤ ਨਾ ਹੋ ਜਾਣ। ਇਸਤਰੀਆਂ ਅਤੇ ਪੁਰਸ਼ਾਂ ਨੂੰ ਇੱਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖਾਹ ਮਿਲੇ। ਇਹ ਨਾ ਮੰਨਿਆ ਜਾਵੇ ਕਿ ਬਈ ਆਹ ਔਰਤਾਂ ਨੇ ਇਹਨਾਂ ਦੀ ਘੱਟ ਦਿਆਂਗੇ ਜਾਂ ਪੁਰਸ਼ਾਂ ਨੂੰ ਘੱਟ ਦਿਆਂਗੇ, ਬਰਾਬਰੀ ਦਾ ਸਿਸਟਮ ਹੋਵੇ। ਇਸ ਤਰ੍ਹਾਂ ਦੇ ਕੰਮ ਸਰਕਾਰ ਕਰੇ ਔਰ ਰਾਜ ਕਰੇ, ਕਾਨੂੰਨ ਬਣਾਵੇ। ਬਿਮਾਰੀ, ਬੇਕਾਰੀ, ਬੁਢਾਪਾ ਅਤੇ ਅੰਗਹੀਣ ਹੋਣ ਦੀ ਅਵਸਥਾ ਵਿੱਚ ਰਾਜ ਆਪਣੀ ਸ਼ਕਤੀ ਅਨੁਸਾਰ ਨਾਗਰਿਕਾਂ ਦੀ ਸਹਾਇਤਾ ਕਰੇ, ਕਿਉਂਕਿ ਜਨ ਕਲਿਆਣ ਅਗਰ ਰਾਜ ਦਾ ਮਕਸਦ ਹੈ ਤਾਂ ਇਹ ਕੰਮ ਰਾਜ ਦੇ ਡਿਊਟੀ ਬਣਦੇ ਨੇ। ਰਾਜ ਹਰੇਕ ਸ਼੍ਰੇਣੀ ਦੇ ਮਜ਼ਦੂਰਾਂ ਲਈ ਚੰਗੀ ਤਨਖਾਹ, ਚੰਗਾ ਜੀਵਨ ਪੱਧਰ ਅਤੇ ਲੋੜੀਂਦੀਆਂ ਛੁੱਟੀਆਂ ਦਾ ਪ੍ਰਬੰਧ ਕਰੇ। 14 ਸਾਲ ਦੇ ਬੱਚਿਆਂ ਲਈ ਲਾਜ਼ਮੀ ਅਤੇ ਮੁਫਤ ਵਿੱਦਿਆ ਜਿਹਦਾ ਪ੍ਰਬੰਧ ਰਾਜ ਕਰੇ। ਰਾਜ ਆਮਦਨ ਦੀਆਂ ਅਸਮਾਨਤਾਵਾਂ ਘੱਟ ਕਰਨ ਦਾ ਯਤਨ ਕਰੇ, ਯਾਨੀ ਕੋਈ ਬਹੁਤ ਅਮੀਰ, ਕੋਈ ਬਹੁਤ ਗਰੀਬ ਉਦੋਂ ਇਸ ਤਰ੍ਹਾਂ ਦਾ ਸੀ। ਤਾਂ ਇਹ ਸਮਾਜਵਾਦੀ ਸਿਸਟਮ ਸਿਧਾਂਤ ਦਾ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਜ਼ਿਕਰ ਕੀਤਾ ਗਿਆ, ਉਹਨਾਂ ਨੇ ਇਹ ਉਹਦੇ ਲਈ ਇੱਕ ਪੈਟਰਨ ਰੱਖਿਆ। ਅਗਲਾ ਦੂਸਰਾ ਜਿਹੜਾ ਇਹਦੇ ਵਿੱਚ ਸਿਧਾਂਤਾਂ ਦੀ ਗੱਲ ਹੈ, ਕਿਉਂਕਿ ਮਹਾਤਮਾ ਗਾਂਧੀ ਬਹੁਤ ਵੱਡੇ ਸਾਡੇ ਦੇਸ਼ ਦੇ ਨੇਤਾ ਹੋਏ ਨੇ, ਰਾਸ਼ਟਰਪਿਤਾ ਦਾ ਦਰਜਾ ਉਹਨਾਂ ਨੂੰ ਹਾਸਲ ਹੈ, ਦੇਸ਼ ਨੂੰ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਰੋਲ ਹੈ, ਆਜ਼ਾਦੀ ਦਿਵਾਉਣ ਦੇ ਵਿੱਚ। ਤਾਂ ਉਹਨਾਂ ਦੇ ਜੋ ਇੱਕ ਸੋਚ ਸੀ, ਜੋ ਉਹਨਾਂ ਦਾ ਵਿਚਾਰ ਸੀ, ਉਹਨਾਂ ਤੋਂ ਸਾਡੇ ਜਿਹੜੇ ਸੰਵਿਧਾਨ ਨਿਰਮਾਤਾ ਸੀ ਉਹ ਬੜੇ ਪ੍ਰਭਾਵਿਤ ਸੀ। ਤਾਂ ਉਹਨਾਂ ਦੀਆਂ ਗੱਲਾਂ ਨੂੰ ਵੀ ਵਿੱਚ ਐਡ ਕੀਤਾ ਗਿਆ ਹੈ। ਤਾਂ ਰਾਜ ਨੂੰ ਪਿੰਡਾਂ ਵਿੱਚ ਪੰਚਾਇਤਾਂ ਸਥਾਪਿਤ ਕਰਕੇ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਦੇਣੀਆਂ ਚਾਹੀਦੀਆਂ ਹਨ ਜਿਸ ਨਾਲ ਇੱਕ ਸਵਰਾਜ ਦੀ ਇਕਾਈ ਦੇ ਰੂਪ ਵਿੱਚ ਪਿੰਡ ਜਿਹੜੇ ਨੇ ਉਹ ਕੰਮ ਕਰ ਸਕਣ, ਯਾਨੀ ਪਿੰਡਾਂ ਨੂੰ ਆਤਮ ਨਿਰਭਰ ਬਣਾਉਣ ਦੀ ਇਹ ਗੱਲ ਕੀਤੀ ਗਈ, ਯਾਨੀ ਰਾਜ ਇਸ ਤਰ੍ਹਾਂ ਦੇ ਉਪਾਅ ਕਰੇ। ਰਾਜ ਪਿੰਡਾਂ ਵਿੱਚ ਨਿੱਜੀ, ਸਹਿਕਾਰੀ, ਘਰੇਲੂ ਜਿਹੜੇ ਉਦਯੋਗ ਨੇ ਉਹਨਾਂ ਨੂੰ ਉਤਸ਼ਾਹ ਦੇਵੇ ਤਾਂ ਕਿ ਲੋਕ ਜਿਹੜੇ ਨੇ ਉਹ ਇੰਡੀਪੈਂਡੈਂਟ ਹੋ ਸਕਣ। ਰਾਜ ਕਮਜ਼ੋਰ ਵਰਗਾਂ ਨੂੰ, ਵਿਸ਼ੇਸ਼ ਕਰਕੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਕਬੀਲਿਆਂ ਨੂੰ ਵਿੱਦਿਅਕ ਸਹੂਲਤਾਂ ਪ੍ਰਦਾਨ ਕਰੇ, ਯਾਨੀ ਅਗਰ ਉਹ ਪਿਛੜੇ ਹੋਏ ਨੇ ਉਹਨਾਂ ਨੂੰ ਦੂਸਰਿਆਂ ਦੇ ਬਰਾਬਰ ਲਿਆਉਣ ਲਈ ਰਾਜ ਜਿਹੜਾ ਹੈ ਉਹ ਪ੍ਰਯਤਨ ਕਰੇ। ਇਸ ਤਰ੍ਹਾਂ ਦੀਆਂ ਨੀਤੀਆਂ, ਇਸ ਤਰ੍ਹਾਂ ਦੇ ਕਾਨੂੰਨ, ਪਾਲਿਸੀਜ਼ ਬਣਾਵੇ। ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਕਬੀਲਿਆਂ ਨੂੰ ਸਮਾਜਿਕ ਅਨਿਆਂ ਅਤੇ ਹਰ ਪ੍ਰਕਾਰ ਦੀ ਲੁੱਟ ਖਸੁੱਟ ਤੋਂ ਬਚਾਵੇ, ਯਾਨੀ ਇਸ ਤਰ੍ਹਾਂ ਦੇ ਕਾਨੂੰਨ ਬਣੇ, ਇਸ ਤਰ੍ਹਾਂ ਦਾ ਸਮਾਜ ਵਿੱਚ ਮਾਹੌਲ ਬਣੇ ਕਿ ਅਨੁਸੂਚਿਤ ਜਾਤੀਆਂ ਨੇ, ਜੋ ਪਛੜੀਆਂ ਸ਼੍ਰੇਣੀਆਂ ਔਰ ਕਬੀਲਿਆਂ ਦੇ ਲੋਕ ਨੇ, ਉਹਨਾਂ ਦੀ ਲੁੱਟ ਖਸੁੱਟ, ਐਕਸਪਲੋਇਟੇਸ਼ਨ ਨਾ ਹੋ ਸਕੇ।
ਰਾਜ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਉੱਤੇ ਜੋ ਸਿਹਤ ਲਈ ਹਾਨੀਕਾਰਕ ਨੇ ਉਹਨਾਂ 'ਤੇ ਪਾਬੰਦੀ ਲਗਾਉਣ ਦੀ ਯਤਨ ਕਰੇ। ਰਾਜ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ, ਸਿਹਤ ਸੁਧਾਰਨ ਲਈ ਆਪਣੀ ਲਾਜ਼ਮੀ ਕਰਤੱਵ ਉਸ ਨੂੰ ਸਮਝੇ। ਯਾਨੀ ਹੈਲਥ ਜੋ ਸਾਡੀਆਂ ਉਹਦੀਆਂ ਜ਼ਰੂਰਤਾਂ ਨੇ ਉਹਨੂੰ ਸੁਧਾਰਨ ਲਈ ਜੋ ਚੀਜ਼ਾਂ ਚਾਹੀਦੀਆਂ ਨੇ, ਸਰਕਾਰ ਇਸ ਤਰ੍ਹਾਂ ਦੇ ਪ੍ਰਯਾਸ ਕਰੇ। ਸਰਕਾਰ ਯਾਨੀ ਕਿ ਇੱਥੇ ਮੈਂ ਰਾਜ ਤੋਂ ਮੇਰਾ ਭਾਵ ਹੈ। ਇਹ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਦਾ ਜੋ ਗਾਂਧੀਵਾਦ ਹੈ ਉਹਨਾਂ ਸਿਧਾਂਤਾਂ ਨੂੰ ਐਡ ਕੀਤਾ ਗਿਆ। ਤੀਸਰਾ ਜਿਹੜਾ ਲਾਸਟ ਹੈ ਉਹ ਹੈ ਉਦਾਰਵਾਦੀ ਅਤੇ ਆਮ ਸਿਧਾਂਤ। ਰਾਜ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਮੁੱਚੇ ਭਾਰਤ ਵਿੱਚ ਇੱਕ ਸਮਾਨ ਅਸੈਨਿਕ ਵਿਵਹਾਰ ਨਿਯਮ ਲਾਗੂ ਕਰਨ ਦਾ ਯਤਨ ਕਰੇ। ਯੂਨੀਫਾਰਮ ਸਿਵਲ ਕੋਡ ਉਹਨੂੰ ਲਾਗੂ ਕਰਨ ਦਾ ਪ੍ਰਯਾਸ ਜਿਹੜਾ ਹੈ ਉਹ ਸਰਕਾਰ ਕਰੇ, ਰਾਜ ਜਿਹੜਾ ਹੈ ਉਹ ਕਰੇ। ਰਾਜ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ। ਨਿਆਂਪਾਲਿਕਾ ਯਾਨੀ ਜੁਡੀਸ਼ਰੀ ਯਾਨੀ ਕੋਰਟ, ਇਹ ਸਿਸਟਮ ਕਿਉਂਕਿ ਅਗਰ ਇਹ ਨਿਰਪੱਖ ਹੋਏਗਾ, ਕਾਰਜਪਾਲਿਕਾ ਹੁੰਦੀ ਹੈ ਸਾਡੇ ਦੇਸ਼ ਦੀ ਵਿਧਾਨ ਪਾਲਿਕਾਵਾਂ ਵਿੱਚੋਂ, ਯਾਨੀ ਜਿਹਨੂੰ ਅਸੀਂ ਸਰਕਾਰ ਕਹਿੰਦੇ ਹਾਂ। ਸਰਕਾਰ ਅਗਰ ਨਿਆਂਪਾਲਿਕਾ 'ਤੇ ਸਰਕਾਰ ਦਾ ਕੰਟਰੋਲ ਹੋਏਗਾ ਤਾਂ ਨੈਚੁਰਲ ਲੋਕਾਂ ਨਾਲ ਨਿਆਂ ਨਹੀਂ ਹੋ ਸਕੇਗਾ। ਇਹ ਦੋਨੋਂ ਇੰਡੀਵਿਜੂਅਲ ਔਰ ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ ਨੇ। ਤਾਂ ਰਾਜ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਨੂੰ ਵੱਖ ਕਰਨ ਲਈ ਯੋਗ ਕਾਰਵਾਈ ਕਰੇ। ਇਹ ਵੀ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਹੈ ਉਹ ਰਾਜ ਦਾ ਹੋਵੇ। ਰਾਜ ਆਧੁਨਿਕ ਵਿਗਿਆਨਿਕ ਆਧਾਰ 'ਤੇ ਖੇਤੀਬਾੜੀ ਦਾ ਪ੍ਰਬੰਧ ਕਰੇ, ਯਾਨੀ ਖੇਤੀਬਾੜੀ ਨੂੰ ਸੁਧਾਰਨ ਲਈ ਹਰ ਪ੍ਰਯਾਸ ਕਰੇ। ਯਾਨੀ ਬੀਜ ਦੀ ਕੁਆਲਿਟੀ ਜਿਹੜੀ ਉਹ ਸੁਧਾਰੇ, ਮਿੱਟੀ ਦੀ ਕੁਆਲਿਟੀ ਸੁਧਾਰੇ, ਦਵਾਈਆਂ ਦੀ ਅਗਰ ਜ਼ਰੂਰਤ ਹੈ ਉਹਦੀ ਕੁਆਲਿਟੀ ਸੁਧਾਰੇ, ਜੋ ਕੰਮ ਕਰਨ ਦੇ ਤਰੀਕੇ ਨੇ ਖੇਤੀ ਦੇ ਉਹਨਾਂ ਨੂੰ ਸੁਧਾਰ ਕਰੇ, ਜੋ ਇੰਸਟਰੂਮੈਂਟ ਚਾਹੀਦੇ ਨੇ ਉਹਦਾ ਸੁਧਾਰ ਕਰੇ। ਰਾਜ ਪਸ਼ੂ ਪਾਲਣ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਜਿਹੜੀ ਹੈ ਉਹ ਸੁਧਾਰਨ ਦਾ ਯਤਨ ਕਰੇ। ਜਿਹੜੇ ਪਸ਼ੂ ਪਾਲਣ ਵੀ ਇਸੇ ਦੇ ਨਾਲ ਜੁੜੀ ਹੋਈ ਚੀਜ਼ ਹੈ, ਤਾਂ ਸਰਕਾਰ ਔਰ ਰਾਜ ਉਹਦੇ ਲਈ ਵੀ ਕੰਮ ਕਰਨੇ, ਵਿਧਾਨ ਪਾਲਿਕਾ ਔਰ ਕਾਰਜਪਾਲਿਕਾ ਦੋਨੋਂ। ਅੱਗੇ ਹੈ ਜੀ, ਰਾਜ ਗਊਆਂ, ਵੱਛੀਆਂ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ, ਕਿਉਂਕਿ ਉਹਦੇ 'ਤੇ ਵੀ ਸਾਡਾ ਬੜਾ ਕੁਛ ਨਿਰਭਰ ਹੈ। ਰਾਜ ਵਾਤਾਵਰਣ ਦੀ ਰੱਖਿਆ ਦੇ ਸੁਧਾਰ ਦੇ ਲਈ ਦੇਸ਼ ਦੇ ਜੰਗਲੀ ਜੀਵਨ ਦੀ ਰੱਖਿਆ ਦਾ ਯਤਨ ਕਰੇ, ਕਿਉਂਕਿ ਇਹਦੇ ਨਾਲ ਵੀ ਜਿਹੜਾ ਸਾਡਾ ਸਿਸਟਮ ਹੈ, ਸਾਡੀ ਇਕੋਨਮੀ ਹੈ, ਉਹ ਬੜੀ ਡਿਪੈਂਡ ਕਰਦੀ, ਇਹਦੇ ਨਾਲ ਚੱਲਦੀ ਹੈ। ਦੇਸ਼ ਵਿੱਚ ਸਥਿਤ ਇਤਿਹਾਸਿਕ ਅਤੇ ਕਲਾਤਮਕ ਰੁਚੀ ਦੇ ਜਿਹੜੇ ਸਥਾਨ ਨੇ, ਜਿਹੜੀਆਂ ਥਾਵਾਂ ਨੇ, ਵਸਤੂਆਂ ਨੂੰ ਨਸ਼ਟ ਹੋਣ ਤੋਂ ਬਚਾਵੇ। ਪੁਰਾਣੇ ਹੁਣ ਭਵਨ ਨੇ, ਸਮਾਰਕ ਨੇ, ਕਿਲੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਵੇ, ਕਿਉਂਕਿ ਸਮੇਂ ਦੇ ਨਾਲ ਇਹਨਾਂ ਚੀਜ਼ਾਂ ਦੇ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਨੇ, क्षति ਹੁੰਦੀ ਹੈ। ਸਰਕਾਰ ਜਿਹੜੀ ਹੈ, ਰਾਜ ਜਿਹੜਾ ਹੈ, ਉਸ ਨੂੰ ਸਮੇਂ ਅਨੁਸਾਰ ਉਸ ਦੀ ਦੇਖਭਾਲ ਕਰੇ। ਜਿਵੇਂ ਸਾਡੇ ਦੇਸ਼ ਵਿੱਚ ਆਰਕੀਓਲੋਜੀਕਲ ਡਿਪਾਰਟਮੈਂਟ ਹੈ, ਜੋ ਵੀ ਪੁਰਾਣੀਆਂ ਚੀਜ਼ਾਂ ਨੇ, ਇਤਿਹਾਸਿਕ, ਕਲਾਤਮਕ, ਉਹ ਸਾਰੀਆਂ ਦੀ ਰੱਖਿਆ ਦਾ ਜ਼ਿੰਮਾ ਉਹਦੇ 'ਤੇ ਹੈ। ਇਹ ਨੇ ਸਾਡੇ ਦੇ ਸੰਵਿਧਾਨ ਦੇ ਵਿੱਚ ਜੋ ਨੀਤੀ ਨਿਰਦੇਸ਼ਕ ਸਿਧਾਂਤ ਨੇ ਜਿਹੜੇ ਸਾਡੇ ਉਹ ਲਿਖੇ ਗਏ ਨੇ। ਹੁਣ ਕਈ ਜਿਹੜੇ ਵਿਦਵਾਨ ਨੇ ਉਹ ਇਸ ਚੀਜ਼ ਨੂੰ ਕਹਿੰਦੇ ਨੇ ਕਿ ਇਹ ਇਸ ਚੀਜ਼ ਦੀ ਆਲੋਚਨਾ ਕਰਦੇ ਨੇ ਕਿ ਨੀਤੀ ਨਿਰਦੇਸ਼ਕ ਸਿਧਾਂਤ ਜੋ ਨੇ ਉਹ ਖੋਖੇ ਵਾਅਦੇ ਨੇ, ਇਹ ਚੀਜ਼ਾਂ ਹੋ ਨਹੀਂ ਸਕਦੀਆਂ। ਲੇਕਿਨ ਕਈ ਵਾਰੀ ਐਸੀਆਂ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ। ਹੁਣ ਜਿਵੇਂ ਅਸੀਂ ਅਗਰ ਵੈਸੇ ਗੱਲ ਕਰੀਏ ਤਾਂ ਸਾਡੀ ਸੁਸਾਇਟੀ ਵਿੱਚ ਲੋਕ ਕਹਿੰਦੇ ਨੇ ਵੀ ਸਦਾ ਸੱਚ ਬੋਲੋ, ਲੇਕਿਨ ਦੂਸਰੇ ਇਹ ਵੀ ਕਹਿ ਦਿੰਦੇ ਨੇ ਭਾਈ ਬੋਲਦਾ ਕੌਣ ਹੈ। ਲੇਕਿਨ ਸਾਡਾ ਪ੍ਰਯਾਸ ਹਮੇਸ਼ਾ ਹੀ ਹੋਣਾ ਚਾਹੀਦਾ ਕਿ ਅਸੀਂ ਮੈਕਸੀਮਮ ਚੰਗੀ ਗੱਲ ਕਰਨ ਦੀ ਕੋਸ਼ਿਸ਼ ਕਰੀਏ, ਯਾਨੀ ਸੱਚ ਜਿਹੜਾ ਹੈ ਜਿੱਥੋਂ ਤੱਕ ਸੰਭਵ ਹੋ ਸਕੇ ਅਸੀਂ ਸੱਚ ਦਾ ਸਹਾਰਾ ਲਈਏ, ਝੂਠ ਦਾ ਸਹਾਰਾ ਨਾ ਲਈਏ। ਤਾਂ ਇਹ ਸਰਕਾਰਾਂ ਔਰ ਰਾਜ ਨੂੰ ਨੀਤੀ ਨਿਰਦੇਸ਼ਕ ਸਿਧਾਂਤ ਦਿੱਤੇ ਗਏ ਨੇ। ਅਗਰ ਇਸ ਤਰ੍ਹਾਂ ਦੇ ਸਿਧਾਂਤਾਂ 'ਤੇ ਰਾਜ ਜਿਹੜਾ ਹੈ ਉਹ ਚੱਲੇਗਾ ਤਾਂ ਜ਼ਰੂਰ ਉਹ ਜਨ ਕਲਿਆਣਕਾਰੀ, ਔਰ ਜੇ ਸਾਡੇ ਦੇਸ਼ ਦੇ ਵਿੱਚ ਕਿਉਂਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਲੋਕਾਂ ਦਾ ਰਾਜ ਹੈ, ਸਾਡਾ ਰਾਜ ਹੈ, ਸਾਡੇ 'ਤੇ ਹੀ ਰਾਜ ਹੈ। ਤਾਂ ਅਗਰ ਇਸ ਤਰ੍ਹਾਂ ਦੇ ਗੱਲਾਂ ਦਾ, ਸਿਧਾਂਤਾਂ ਦਾ ਧਿਆਨ ਰੱਖਿਆ ਜਾਏਗਾ ਤਾਂ ਜ਼ਰੂਰ ਜਨ ਕਲਿਆਣ ਜਿਹੜਾ ਹੈ ਉਹ ਸੰਭਵ ਹੋ ਸਕੇਗਾ। ਤਾਂ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਬੇਟੇ ਮੈਂ ਧੰਨਵਾਦ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਆ ਹੈ ਔਰ ਦੇਖਿਆ ਹੈ। ਅਸੀਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦਾ। ਔਰ ਪਿਆਰੇ ਵਿਦਿਆਰਥੀਓ ਜਾਂ ਜੋ ਵੀ ਮੇਰੇ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਨੇ, ਮੈਂ ਜ਼ਰੂਰ ਉਹਨਾਂ ਨੂੰ ਇੱਕ ਅਪੀਲ ਵੀ ਐਂਡ 'ਤੇ ਕਰੂੰਗਾ ਕਿ ਜਿਨ੍ਹਾਂ ਨੇ ਵੀ ਇਸ ਸਾਡੇ ਸਕੂਲ ਦੇ ਇਸ ਚੈਨਲ ਨੂੰ, ਦੇਵ ਸਮਾਜ ਸਮਾਰਟ ਸਕੂਲ ਮੋਗਾ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ, ਤਾਂ ਬਹੁਤ ਅੱਛਾ ਮਟੀਰੀਅਲ, ਸਟੱਡੀ ਮਟੀਰੀਅਲ ਔਰ ਐਕਟੀਵਿਟੀ ਨਾਲ ਰਿਲੇਟਿਡ, ਡਰਾਇੰਗ ਨਾਲ ਰਿਲੇਟਿਡ, ਹਿਸਟਰੀ, ਮੈਥ, ਇਕਨੋਮਿਕਸ ਔਰ ਬਿਜ਼ਨਸ ਐਡਮਿਨਿਸਟ੍ਰੇਸ਼ਨ, ਅਕਾਊਂਟੈਂਸੀ, ਇੰਗਲਿਸ਼, ਹਰ ਤਰ੍ਹਾਂ ਦੀ ਵੀਡੀਓ ਸਾਡੇ ਇਸ ਚੈਨਲ 'ਤੇ ਅਵੇਲੇਬਲ ਹੈ। ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰੋ ਔਰ ਬੱਚੇ ਵੱਧ ਤੋਂ ਵੱਧ ਇਹਨੂੰ ਦੇਖਣ। ਇੱਕ ਵਾਰੀ ਬੇਟੇ ਵੀਡੀਓ ਦੇਖਣ ਵਾਲੀ ਚੀਜ਼ ਸਮਝ ਨਹੀਂ ਆਉਂਦੀ, ਵਾਰ-ਵਾਰ ਤੁਸੀਂ ਇਹਨੂੰ ਦੇਖ ਸਕਦੇ ਹੋ, ਵਾਰ-ਵਾਰ ਦੇਖੋ, ਔਰ ਜਦੋਂ ਤੱਕ ਸਮਝ ਨਹੀਂ ਆਉਂਦੀ ਉਦੋਂ ਤੱਕ
देखो मैं उम्मीद करदा कि भाई मेरा ये प्रयास जरूर ਤੁਹਾਨੂੰ अच्छा लग्या होएगा। तो वीडियो ਨੂੰ लाइक करो, शेयर करो और चैनल ਨੂੰ जरूर सबसक्राइब करो। थैंक यू, गुड लक, पढ़ते रहो, हमेशा खुश रहो।